ਤਾਂ ਲਾਸਟ ਲੈਕਚਰ ਦੇ ਵਿੱਚ ਆਪਾਂ ਵਿਸ਼ੇਸ਼ਣ ਦਾ ਮੀਨਿੰਗ ਦੇਖ ਚੁੱਕੇ ਸੀ। ਉਸ ਤੋਂ ਪਹਿਲਾਂ ਆਪਾਂ ਨਾਮ ਪੜਨਾਮ ਕਰ ਚੁੱਕੇ ਹਾਂ। ਅੱਜ ਆਪਾਂ ਕਰਨ ਵਾਲੇ ਹਾਂ ਜੀ ਵਿਸ਼ੇਸ਼ਣ ਦੀਆਂ ਕਿਸਮਾਂ। ਤਾਂ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਤਾਂ ਟੋਟਲ ਵਿਸ਼ੇਸ਼ਣ ਦੀਆਂ 5 ਕਿਸਮਾਂ ਹੁੰਦੀਆਂ ਨੇ, 5 ਪ੍ਰਕਾਰ ਹੁੰਦੇ ਨੇ ਜਾਂ 5 ਭੇਦ ਹੁੰਦੇ ਨੇ, 5 ਕਿਸਮਾਂ ਹੁੰਦੀਆਂ ਨੇ। ਤੇ ਉਸ ਤੋਂ ਪਹਿਲਾਂ ਜਿਹੜਾ ਆਪਾਂ ਗੱਲ ਕਰ ਲਈ ਕਿ ਵਿਸ਼ੇਸ਼ਣ ਦੀਆਂ ਜਿਹੜੀ ਪਹਿਲਾਂ ਆਪਾਂ ਤੁਹਾਨੂੰ 5 ਨਾਮ ਦੱਸ ਦਿੰਦੇ ਹਾਂ ਕਿ ਕਿਹੜੇ ਕਿਹੜੇ ਵਿਸ਼ੇਸ਼ਣ ਦੇ ਟਾਈਪਸ ਹੁੰਦੇ ਨੇ, ਫਿਰ ਇੱਕ ਇੱਕ ਟਾਈਪ ਨੂੰ ਆਪਾਂ ਡਿਟੇਲ ਦੇ ਵਿੱਚ ਪੜਾਂਗੇ। ਤਾਂ ਸਭ ਤੋਂ ਪਹਿਲਾਂ ਵਿਸ਼ੇਸ਼ਣ ਦੀ ਕਿਹੜੀ ਟਾਈਪ ਹੁੰਦੀ ਹੈ? ਹਾਂਜੀ, ਤਾਂ ਸਭ ਤੋਂ ਪਹਿਲੀ ਟਾਈਪ ਹੈਗੀ ਸਾਡੇ ਕੋਲ ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ। ਇੱਕ ਵਾਰ ਆਪਾਂ 5 ਟਾਈਪ ਇੱਕ ਜਗ੍ਹਾ ਤੇ ਨੋਟ ਕਰ ਲੈਂਦੇ ਹਾਂ। ਗੁਣਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ। ਤੀਸਰੀ ਟਾਈਪ ਹੋਏਗੀ ਨਿਸ਼ਚੇਵਾਚਕ, ਨਿਸ਼ਚੇਵਾਚਕ ਵਿਸ਼ੇਸ਼ਣ। ਚੌਥੀ ਟਾਈਪ ਇਸ ਦੀ ਆਪਣੀ ਹੋਏਗੀ ਪੜਨਾਮੀ, ਪੜਨਾਮੀ ਵਿਸ਼ੇਸ਼ਣ, ਪੜਨਾਮੀ ਵਿਸ਼ੇਸ਼ਣ। ਤੇ ਪੰਜਵੀਂ ਟਾਈਪ ਹੋਏਗੀ ਇਸ ਦੀ ਗਿਣਤੀਵਾਚਕ, ਗਿਣਤੀਵਾਚਕ ਵਿਸ਼ੇਸ਼ਣ। ਤੇ ਇਹ ਹੈਗੇ ਜੀ ਵਿਸ਼ੇਸ਼ਣ ਦੀਆਂ 5 ਟਾਈਪਸ। ਇੱਕ ਇੱਕ ਕਰਕੇ ਆਪਾਂ ਡਿਟੇਲ ਦੇ ਵਿੱਚ ਇਸ ਨੂੰ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜੀ ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ। ਵਿਸ਼ੇਸ਼ਣ ਕਿਹੜਾ ਹੁੰਦਾ ਹੈ? ਤੁਸੀਂ ਨਾਲ ਨੋਟ ਕਰ ਸਕਦੇ ਹੋ। ਜਿਸ ਸ਼ਬਦ ਤੋਂ ਨਾਂਵ ਜਾਂ ਪੜਨਾਂਵ, ਨਾਂਵ ਜਾਂ ਪੜਨਾਂਵ ਨੂੰ ਆਪਾਂ ਕੀ ਕਹਿੰਦੇ ਹਾਂ ਜੀ? ਵਿਸ਼ੇਸ਼ ਵੀ ਕਹਿੰਦੇ ਹਾਂ, ਕਿਉਂਕਿ ਵਿਸ਼ੇਸ਼ਣ ਦੇ ਇਹ ਕੀ ਹੁੰਦੇ ਨੇ? ਵਿਸ਼ੇਸ਼। ਤਾਂ ਜਿਸ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਦੇ ਗੁਣਾ ਜਾਂ ਔਗੁਣਾ ਬਾਰੇ ਪਤਾ ਲੱਗੇ, ਉਸਨੂੰ ਆਪਾਂ ਕਹਿੰਦੇ ਹਾਂ ਗੁਣਵਾਚਕ ਵਿਸ਼ੇਸ਼ਣ। ਦੇਖੋ, ਜਿਸ ਸ਼ਬਦ ਤੋਂ ਨਾਂਵ ਜਾਂ ਪੜਨਾਂਵ ਦੇ, ਕਿਉਂਕਿ ਆਪਾਂ ਪਹਿਲਾਂ ਮੀਨਿੰਗ 'ਚ ਦੇਖਿਆ ਸੀ ਕਿ ਵਿਸ਼ੇਸ਼ਣ ਜੋ ਹੁੰਦਾ ਹੈ ਉਹ ਨਾਂਵ ਜਾਂ ਪੜਨਾਂਵ ਨੂੰ ਕੀ ਕਰਦਾ? ਉਸਦੀ ਵਿਸ਼ੇਸ਼ਤਾ ਦੱਸਦਾ। ਤਾਂ ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦੱਸਦੇ ਹੋਏ ਉਸਦੇ ਗੁਣਾ ਜਾਂ ਔਗੁਣਾ ਬਾਰੇ ਦੱਸੇ, ਉਸਨੂੰ ਆਪਾਂ ਕੀ ਕਹਿੰਦੇ ਹਾਂ? ਗੁਣਵਾਚਕ ਵਿਸ਼ੇਸ਼ਣ। ਦੇਖੋ, ਟਾਈਪ ਦੀ ਜਿਹੜੀ ਨਾਮ ਹੈ ਉਹ ਹੈਗਾ ਗੁਣਵਾਚਕ ਵਿਸ਼ੇਸ਼ਣ, ਲੇਕਿਨ ਇਸਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਗੁਣ ਦੱਸਦਾ। ਗੁਣ ਦੇ ਵਿੱਚ ਸਾਰੀਆਂ ਚੀਜ਼ਾਂ ਆਉਂਦੀਆਂ ਨੇ, ਗੁਣ ਵੀ ਤੇ ਔਗੁਣ ਵੀ। ਤਾਂ ਜਿਹੜੇ ਸ਼ਬਦ ਤੋਂ ਸਾਨੂੰ ਨਾਂਵ ਜਾਂ ਪੜਨਾਂਵ ਯਾਨੀ ਕਿ ਵਿਸ਼ੇਸ਼ ਦੇ ਗੁਣ ਜਾਂ ਔਗੁਣਾ ਬਾਰੇ ਪਤਾ ਲੱਗੇ, ਉਸਨੂੰ ਅਸੀਂ ਕਹਿੰਦੇ ਹਾਂ ਗੁਣਵਾਚਕ ਵਿਸ਼ੇਸ਼ਣ। ਹਾਂਜੀ, ਜਿਵੇਂ ਉਦਾਹਰਨਾਂ ਦੇਖੋ ਇਸ ਦੀਆਂ। ਜਿਵੇਂ ਰਾਮ ਇੱਕ ਸੁੰਦਰ ਲੜਕਾ ਹੈ। ਰਾਮ ਇੱਕ ਸੁੰਦਰ ਲੜਕਾ ਹੈ। ਤਾਂ ਰਾਮ ਇਸ ਦੇ ਵਿੱਚ ਕੀ ਹੈ ਜੀ? ਇਹ ਹੈਗਾ ਕਿਸੇ ਵਿਅਕਤੀ ਦਾ ਨਾਮ। ਤਾਂ ਇਹ ਹੋ ਗਿਆ ਜੀ ਨਾਮ ਆਪਣਾ, ਤੇ ਉਸਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ ਕਿ ਉਹ ਇੱਕ ਸੁੰਦਰ ਹੈ। ਤਾਂ ਸੁੰਦਰ ਸ਼ਬਦ ਕੀ ਹੋ ਗਿਆ? ਵਿਸ਼ੇਸ਼ਣ। ਤੇ ਕਿਹੜਾ ਵਿਸ਼ੇਸ਼ਣ ਹੋਇਆ ਇਹ? ਗੁਣਵਾਚਕ ਵਿਸ਼ੇਸ਼ਣ। ਗੁਣਵਾਚਕ ਵਿਸ਼ੇਸ਼ਣ। ਇसी तरह अगर अपने कोल ਹੁੰਦਾ कि राम एक ईमानदार लड़का है, ਤਾਂ ईमानदार शब्द भी उसका गुण हो गया, ਤੇ गुण की हो गया ये? गुणवाचक विशेषण। ਤਾਂ ਇਹ शब्द बन जाएगा गुणवाचक विशेषण। इसी तरह कुछ होर उदाहरणा ਤੁਸੀਂ ਇੱਥੇ ਦੇਖ ਸਕਦੇ ਹੋ। शाहिद एक बेईमान मुंडा है। ਤਾਂ शाहिद एक बेईमान मुंडा है। ਤੇ ਇਹਦੇ ਵਿੱਚ शाहिद हो गया अपना नाम, ਤੇ ਇਸ ਦੀ ਵਿਸ਼ੇਸ਼ਤਾ ਦੱਸ ਰਿਹਾ ਸ਼ਬਦ ਕਿਹੜਾ ਜੀ? ਬੇਈਮਾਨ। ਤੇ ਇਸ ਦੀ ਵਿਸ਼ੇਸ਼ਤਾ ਦੱਸ ਰਿਹਾ ਕਿ ਉਹ ਇੱਕ ਬੇਈਮਾਨ ਮੁੰਡਾ ਹੈ। ਤੇ ਬੇਈਮਾਨ ਸ਼ਬਦ ਕੀ ਹੋ ਗਿਆ? ਵਿਸ਼ੇਸ਼ਣ। ਔਰ ਕਿਹੜਾ ਵਿਸ਼ੇਸ਼ਣ ਹੋਇਆ ਇਹ? ਗੁਣਵਾਚਕ ਵਿਸ਼ੇਸ਼ਣ, ਕਿਉਂਕਿ ਉਸਦੇ ਗੁਣਾਂ ਬਾਰੇ ਦੱਸਿਆ ਜਾ ਰਿਹਾ। ਗੁਣ ਦੇ ਵਿੱਚ ਇਕੱਲੇ ਚੰਗੇ ਗੁਣ ਹੀ ਨਹੀਂ, ਮਾੜੇ ਗੁਣ ਯਾਨੀ ਕਿ ਔਗੁਣ ਵੀ ਸ਼ਾਮਿਲ ਹੁੰਦੇ ਨੇ। ਸੋ ਇਸ ਤਰ੍ਹਾਂ ਦੇ ਸ਼ਬਦ ਸਾਡੇ ਕੀ ਬਣ ਜਾਣਗੇ? ਗੁਣਵਾਚਕ ਵਿਸ਼ੇਸ਼ਣ। ਇਸ ਦੇ ਉਦਾਹਰਨ ਤੁਸੀਂ ਕਿੰਨੇ ਵੀ ਲਿਖ ਸਕਦੇ ਹੋ। ਆਪਾਂ ਇੱਥੇ ਕੁਝ ਉਦਾਹਰਨਾਂ ਲਿਖ ਦਿੰਦੇ ਹਾਂ ਤੁਹਾਡੇ ਲਈ। ਫੋਰ ਐਗਜ਼ਾਮਪਲ, ਸੁੰਦਰ ਆਪਾਂ ਲਿਖ ਚੁੱਕੇ ਹਾਂ। ਕਰੂਪ ईमानदार, पापी चंगा, बुरा माड़ा, भला चमकदार चमकीला,
शर्माकल, निपुण, माहिर, नासमझ, समझदार आदि। इस तरह करके तुसी किसी दे भी यानी कि नाम या पड़नाम के गुण या अवगुणां नूं दस्सण वाले शब्दां दी उदाहरणां लिख सकते हो। तो हुण अपना जिहड़ी फर्स्ट टाइप की है गुणवाचक विशेषण, इहदियां भी अगे जिहड़ियां ने अगे कई टाइप्स हुंदियां ने, इसदे भी अगे कई भाग हुंदे ने। तो गुणवाचक विशेषण दे अगे किन्ने टाइप्स ने? इहदियां टाइप्स हैगियां जी 3। किहड़ियां किहड़ियां? पहली सधारण अवस्था। गुणवाचक विशेषण की अगी टाइप हैगी जी, पहली टाइप हैगी है सधारण अवस्था, दूसरी टाइप अधिकतर अवस्था, ते तीसरी टाइप यदि आ जाती है अधिकतम अवस्था। अधिकतम अवस्था। तो ये अगे 3 टाइप्स हैं, सधारण अवस्था, अधिकतर अवस्था, तो तीसरी टाइप यदि आ जाती है अधिकतम अवस्था। हुण आपां इहनूं डिटेल दे विच एक करके करदे हां। हाँ जी, पहली टाइप है साडे कोल सधारण अवस्था। ये किहड़ी अवस्था हुंदी है जी? देखो विशेषण जिहड़ा है वह नाम या पड़नाम की विशेषता दसदा है। तो जिहड़ा शब्द किसी की विशेषता तो दसे पर वह उस नाम या पड़नाम की किसी दूसरे नाम या पड़नाम नाल तुलना ना करे, उसनूं आपां कहने आ सधारण अवस्था। तुसीं इत्थे नोट कर सकते हो, जो शब्द नाव जां पड़नाव जिन्हां नूं आपां की कहने आ विशेष दी विशेषता यानी कि गुण जां अवगुण, गुण या अवगुणा बारे दसे पर ओह शब्द विशेष दी किसी होर विशेष नाल तुलना ना करे, उसनूं आपां कहने आ जी सधारण अवस्था। जिवें गीता एक समझदार कुड़ी है। गीता एक समझदार कुड़ी है। तो ये जो शब्द समझदार है ये हैगा जी गुणवाचक विशेषण, जो किसकी विशेषता दस रहा है? गीता जो कि साडा एक नाम है, इसनूं ही असी विशेषण का की कहने आ विशेष। कई बार इदा भी क्वेश्चन आ जाता है एग्जाम के विच कि तुहानूं सेंटेंस दिता होएगा तो उहदे विच क्या होएगा कि विशेषण का इहदे विच विशेष दसो किहड़ा है। तो इस तरह फिर तुहानूं उत्थे दसना हो सकता है कि गीता जो शब्द है वो विशेष है किसका? समझदार विशेषण का। तो हुण तुसीं इस सेंटेंस दे विच देख सकते हो, गीता एक समझदार कुड़ी है। जो शब्द समझदार है ये गीता का गुण बारे तो दस रहा है, उसकी विशेषता दस रहा है, पर उसकी तुलना किसी होर नाल नहीं की जा रही। तो इसनूं आपां कहने आ सधारण अवस्था। तो आई होप तुहानूं ये क्लीयर हो गई होगी कि सधारण अवस्था किहड़ी हुंदी है। नाउ आपां सैकेंड करदे हां अधिकतर अवस्था। अधिकतर अवस्था, हाँ जी, इस तुसीं नोट कर सकते हो ऊपर वाली सारा सेम रहेगा। जो शब्द नाम या पड़नाम की विशेषता यानी कि उन्होंने गुणा या अवगुणा बारे तो दसे, नाल शब्द विशेष दी दूसरे विशेष नाल तुलना करे या तुलना करते हुए उसके गुणा जां अवगुणा बारे दसे, उसनूं आपां कहने आ जी अधिकतर अवस्था। जिवें सीता मीता तो
ज़्यादा सोहनी है। ਤਾਂ ਇਹਦੇ ਵਿੱਚ ਕੀ ਹੋ ਰਿਹਾ ਜੀ, ਸੋਹਣੀ ਸ਼ਬਦ ਜੋ ਹੈ ਉਹ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ, ਤਾਂ ਇਹ ਹੋ ਗਿਆ ਆਪਣਾ ਵਿਸ਼ੇਸ਼ਣ। ਹੁਣ ਇਹ ਵਿਸ਼ੇਸ਼ਣ, ਇਹ ਵਿਸ਼ੇਸ਼ਤਾ ਕਿਹੜੇ ਨਾਮ ਦੀ ਦੱਸ ਰਿਹਾ ਜੀ, ਇਹ ਦੱਸ ਰਿਹਾ ਸੀਤਾ ਦੀ, ਔਰ ਨਾਲ ਹੀ ਇਹ ਮੀਤਾ ਨਾਲ ਉਸਦੀ ਤੁਲਨਾ ਕਰਦੇ ਹੋਏ ਉਸਦੀ ਵਿਸ਼ੇਸ਼ਤਾ ਦੱਸ ਰਿਹਾ। ਇਸ ਲਈ ਇਸ ਅਵਸਥਾ ਨੂੰ ਅਸੀਂ ਕਹਾਂਗੇ ਅਧਿਕਤਰ ਅਵਸਥਾ ਗੁਣਵਾਚਕ ਵਿਸ਼ੇਸ਼ਣ। ਤਾਂ ਇਹ ਗੁਣਵਾਚਕ ਵਿਸ਼ੇਸ਼ਣ ਤਾਂ ਹੈ, ਪਰ ਕਿਹੜੀ ਅਵਸਥਾ ਵਾਲਾ ਹੈ, ਅਧਿਕਤਰ ਅਵਸਥਾ ਵਾਲਾ। ਕਿਉਂ? ਕਿਉਂਕਿ ਇਸ ਦੇ ਵਿੱਚ ਦੋ ਨਾਵਾਂ ਦੇ ਵਿਚਕਾਰ ਤੁਲਨਾ ਕੀਤੀ ਜਾ ਰਹੀ ਹੈ ਕਿ ਸੀਤਾ ਮੀਤਾ ਨਾਲੋਂ ਜ਼ਿਆਦਾ ਸੋਹਣੀ ਹੈ। ਤਾਂ ਸੀਤਾ ਵੀ ਆਪਣਾ ਇੱਕ ਨਾਮ ਹੈ ਔਰ ਮੀਤਾ ਵੀ ਇੱਕ ਆਪਣਾ ਨਾਮ ਹੈ। ਦੋ ਨਾਵਾਂ ਦੇ ਵਿੱਚ, ਦੋ ਵਿਸ਼ੇਸ਼ਾਂ ਦੇ ਵਿੱਚ ਤੁਲਨਾ ਕਰਕੇ ਜੋ ਸ਼ਬਦ ਵਿਸ਼ੇਸ਼ਤਾ ਦੱਸੇ ਉਸ ਨੂੰ ਆਪਾਂ ਕਹਿੰਦੇ ਆ ਅਧਿਕਤਰ ਅਵਸਥਾ। ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਤੀਸਰੀ ਅਵਸਥਾ, ਅਧਿਕਤਮ ਅਵਸਥਾ। ਅਧਿਕਤਮ ਅਵਸਥਾ ਇਹਦੇ ਵਿੱਚ ਇੱਕ ਗੱਲ ਨੋਟ ਕਰਨ ਵਾਲੀ ਹੈ ਜੀ ਕਿ ਅਧਿਕਤਰ ਅਵਸਥਾ ਦੇ ਵਿੱਚ ਜਦੋਂ ਆਪਾਂ ਤੁਲਨਾ ਕਰਦੇ ਹਾਂ ਤਾਂ ਦੋ ਵਿਸ਼ੇਸ਼ਾਂ ਦੇ ਵਿੱਚ ਤੁਲਨਾ ਕੀਤੀ ਜਾਂਦੀ ਹੈ। ਜੋ ਸ਼ਬਦ ਵਿਸ਼ੇਸ਼ ਦੀ ਦੂਸਰੇ ਵਿਸ਼ੇਸ਼ ਨਾਲ, ਯਾਨੀ ਕਿ ਇਹਦੇ ਵਿੱਚ ਸਿਰਫ ਦੋ ਹੀ ਵਿਸ਼ੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਤੁਲਨਾ ਕੀਤੀ ਜਾਂਦੀ ਹੈ। ਦੋ ਵਿਸ਼ੇਸ਼ਾਂ ਵਿੱਚ ਤੁਲਨਾ ਕਰਨ ਵਾਲੀ ਅਵਸਥਾ ਨੂੰ ਆਪਾਂ ਕਹਿੰਦੇ ਹਾਂ ਅਧਿਕਤਰ ਅਵਸਥਾ। ਤਾਂ ਦੂਸਰਾ ਵਿਸ਼ੇਸ਼ ਮਤਲਬ ਦੋ ਹੀ ਵਿਸ਼ੇਸ਼ ਹੋਣਗੇ ਇਹਦੇ ਵਿੱਚ। ਤੇ ਅਧਿਕਤਮ ਅਵਸਥਾ ਕਿਹੜੀ ਹੁੰਦੀ ਹੈ? ਹਾਂਜੀ, ਇਸ ਵਿੱਚ ਕੀ ਹੁੰਦਾ ਹੈ ਕਿ ਜੋ ਸ਼ਬਦ ਇੱਕ ਵਿਸ਼ੇਸ਼ ਦੀ ਬਾਕੀ ਸਾਰਿਆਂ ਨਾਲ ਤੁਲਨਾ ਕਰਦਾ ਹੋਇਆ ਉਸ ਦੇ ਗੁਣਾ ਜਾਂ ਔਗੁਣਾ ਬਾਰੇ ਦੱਸ ਕੇ ਉਸ ਦੀ ਵਿਸ਼ੇਸ਼ਤਾ ਦੱਸੇ, ਉਸ ਨੂੰ ਕਹਿੰਦੇ ਆ ਜੀ ਆਪਾਂ ਅਧਿਕਤਮ ਅਵਸਥਾ। ਇਹਦੇ ਵਿੱਚ ਕੀ ਫਰਕ ਹੈ ਜੀ, ਉੱਪਰਲੇ ਤੇ ਇਹਦੇ ਵਿੱਚ ਇਹ ਹੈਗਾ ਕਿ ਅਧਿਕਤਰ ਦੇ ਵਿੱਚ ਦੋ ਵਿਸ਼ੇਸ਼ ਹੁੰਦੇ ਨੇ ਤੇ ਸਿਰਫ ਦੋ ਵਿਸ਼ੇਸ਼ਾਂ ਦੇ ਵਿਚਕਾਰ ਹੀ ਆਪਾਂ ਤੁਲਨਾ ਕਰਦੇ ਹਾਂ, ਲੇਕਿਨ ਅਧਿਕਤਮ ਦੇ ਵਿੱਚ ਇੱਕ ਵਿਸ਼ੇਸ਼ ਦੀ ਤੁਲਨਾ ਬਾਕੀ ਸਾਰਿਆਂ ਨਾਲ ਕੀਤੀ ਜਾਂਦੀ ਹੈ ਕਿ ਇੱਕ ਵਿਸ਼ੇਸ਼ ਦੀ ਤੁਲਨਾ ਰਹਿੰਦੇ ਬਾਕੀ ਸਾਰੇ ਜਿੰਨੇ ਵੀ ਵਿਸ਼ੇਸ਼ ਨੇ, ਯਾਨੀ ਕਿ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਸਾਰਿਆਂ ਨਾਲ ਆਪਾਂ ਉਹਦੀ ਤੁਲਨਾ ਕਰਕੇ ਉਸਨੂੰ ਸਾਰਿਆਂ ਦੇ ਵਿੱਚੋਂ ਉਹਦੇ ਗੁਣ ਜਾਂ ਉਹਦੇ ਔਗੁਣ ਬਾਰੇ ਦੱਸਦੇ ਹਾਂ। ਤੁਹਾਨੂੰ ਉਦਾਹਰਨ ਤੋਂ ਹੋਰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗਾ। ਜਿਵੇਂ ਰਾਮ ਪੂਰੀ ਜਮਾਤ ਵਿੱਚੋਂ ਹੋਸ਼ਿਆਰ ਮੁੰਡਾ ਹੈ। ਹਾਂਜੀ, ਇਹਦੇ ਵਿੱਚ ਰਾਮ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੈ, ਲੇਕਿਨ ਉਸਦੀ ਤੁਲਨਾ ਕਿਸ ਨਾਲ ਕੀਤੀ ਜਾ ਰਹੀ ਹੈ? ਪੂਰੀ ਜਮਾਤ ਨਾਲ, ਯਾਨੀ ਕਿ ਜਮਾਤ ਦੇ ਵਿੱਚ ਬਾਕੀ ਰਹਿੰਦੇ ਸਾਰੇ ਵਿਦਿਆਰਥੀਆਂ ਨਾਲ, ਨਾ ਕਿ ਸਿਰਫ ਇੱਕ ਦੂਸਰੇ ਵਿਦਿਆਰਥੀ ਨਾਲ। ਤਾਂ ਰਾਮ ਪੂਰੀ ਜਮਾਤ ਵਿੱਚ ਹੋਸ਼ਿਆਰ ਮੁੰਡਾ ਹੈ। ਤੇ ਇਹਦੇ ਵਿੱਚ ਜਿਹੜਾ ਇਹ ਸ਼ਬਦ ਹੋ ਗਿਆ ਜੀ ਹੁਸ਼ਿਆਰ, ਇਹ ਹੈਗਾ ਗੁਣਵਾਚਕ, ਪਰ ਕਿਹੜੀ ਅਵਸਥਾ ਵਾਲਾ? ਇਹ ਹੈਗਾ ਜੀ ਅਧਿਕਤਮ ਅਵਸਥਾ ਵਾਲਾ ਗੁਣਵਾਚਕ ਵਿਸ਼ੇਸ਼ਣ। ਪਰ ਕਿਹੜੀ ਅਵਸਥਾ ਵਾਲਾ ਹੈ ਜੀ? ਇਹ ਅਧਿਕਤਮ ਅਵਸਥਾ ਵਾਲਾ ਹੈ, ਅਧਿਕਤਮ ਅਵਸਥਾ, ਕਿਉਂਕਿ ਇਸ ਨਾਲ ਇੱਕ ਵਿਸ਼ੇਸ਼ ਦੀ ਤੁਲਨਾ ਬਾਕੀ ਰਹਿੰਦੇ ਸਾਰੇ ਵਿਸ਼ੇਸ਼ਾਂ ਨਾਲ ਕੀਤੀ ਜਾ ਰਹੀ ਹੈ, ਇਸ ਲਈ ਇਹ ਅਧਿਕਤਮ ਅਵਸਥਾ ਹੋਗੀ। ਜਿਹੜਾ ਇਹ ਸੀਗਾ ਜੀ ਸੋਹਣੀ ਸ਼ਬਦ, ਇਹ ਸੀਗਾ ਅਧਿਕਤਰ ਅਵਸਥਾ ਵਾਲਾ, ਅਧਿਕਤਰ ਅਵਸਥਾ। ਤੀਸਰੀ ਸਮਝਦਾਰ, ਇਹ ਹੈਗੀ ਹੈ ਜੀ ਸਧਾਰਨ ਅਵਸਥਾ। ਤਾਂ ਆਈ ਹੋਪ ਤੁਹਾਨੂੰ ਗੁਣਵਾਚਕ ਵਿਸ਼ੇਸ਼ਣ ਡਿਟੇਲਸ ਕਲੀਅਰ ਹੋ ਚੁੱਕਿਆ ਹੋਏਗਾ ਕਿ ਗੁਣਵਾਚਕ ਵਿਸ਼ੇਸ਼ਣ ਦੀਆਂ ਤਿੰਨ ਅੱਗੇ ਟਾਈਪਸ ਹੁੰਦੀਆਂ ਨੇ, ਸਧਾਰਨ ਅਵਸਥਾ, ਅਧਿਕਤਰ ਤੇ ਅਧਿਕਤਮ। ਜਿਸ ਸ਼ਬਦ ਨਾਲ ਸਿਰਫ ਕਿਸੇ ਦੀ ਵਿਸ਼ੇਸ਼ਤਾ ਦੱਸੀ ਜਾ ਰਹੀ ਹੋਵੇ ਉਹ ਹੁੰਦਾ ਜੀ ਸਧਾਰਨ ਅਵਸਥਾ। ਜਿਸ ਵਿੱਚ ਇੱਕ ਵਿਸ਼ੇਸ਼ ਦੀ ਦੂਸਰੇ ਵਿਸ਼ੇਸ਼ ਨਾਲ ਤੁਲਨਾ ਕੀਤੀ ਜਾ ਰਹੀ ਹੋਵੇ ਉਹ ਹੁੰਦਾ ਅਧਿਕਤਰ ਅਵਸਥਾ। ਤੇ ਜਿਸ ਦੇ ਵਿੱਚ ਇੱਕ ਵਿਸ਼ੇਸ਼ ਦੀ ਬਾਕੀ ਸਾਰੇ ਵਿਸ਼ੇਸ਼ਾਂ ਨਾਲ, ਯਾਨੀ ਕਿ ਰਹਿੰਦੇ ਬਾਕੀ ਸਾਰੀਆਂ ਚੀਜ਼ਾਂ ਨਾਲ ਉਹਦੀ ਤੁਲਨਾ ਕਰਕੇ ਉਸਨੂੰ ਸਾਰਿਆਂ ਦੇ ਵਿੱਚੋਂ ਕੋਈ ਚੰਗਾ ਜਾਂ ਸਾਰਿਆਂ ਦੇ ਵਿੱਚੋਂ ਮਾੜਾ ਜੋ ਵੀ ਉਹਦੇ ਗੁਣ ਜਾਂ ਔਗੁਣਾਂ ਬਾਰੇ ਦੱਸਿਆ ਜਾ ਰਿਹਾ ਹੋਵੇ ਉਹ ਹੁੰਦੀ ਹੈ ਜੀ ਅਧਿਕਤਮ ਅਵਸਥਾ। ਤਾਂ ਆਈ ਹੋਪ ਤੁਹਾਨੂੰ ਇਹ ਚੀਜ਼ ਕਲੀਅਰ ਹੈ।